परम सन्मानयोग गुरु रूप गुरु प्यारी साध संगत जीओ, वਡਭਾਗੀ हो सतगुरु जी के दिते उद्यम सदका आप जी नूं यूट्यूब राही धन श्री गुरु ग्रंथ साहब जी की पहली रचना जप दी बाणी का विचार सरवण कर रहे हो। किरपा करो, दोनों हाथ जोड़ बेनती करता हाँ, विचार सरवण करन तो पहला सतगुरु की बख्शी फतेह बुलाइए। वाहिगुरु जी का खालसा, वाहिगुरु जी की फतेह। धर्म खंड का एहो धर्म, ज्ञान खंड का आखो कर्म। पदार्थ धर्म मंतव करतव आखो दसो वर्णन करो समझ लवो। कर्म काम करतव एहो यही जो उपर दसिया गया है। अर्थ धर्म खंड का निरा यही धर्म करतव है जो उपर दसिया गया है। हुण ज्ञान खंड का करतव भी समझ लवो जो अगलियां तुकां विच है। सतगुरु जी पौड़ी 34 ਤੋਂ 37 तक मनुख की आत्मक अवस्था के 5 हिस्से चलते हैं। धर्म खंड, ज्ञान खंड, शर्म खंड, कर्म खंड ਅਤੇ सचखंड। इन्हां 4 ਪੌੜੀਆਂ ਵਿੱਚ ਜ਼ਿਕਰ ਹੈ ਕਿ ਪ੍ਰਭੂ ਦੀ ਮਿਹਰ ਨਾਲ ਮਨੁੱਖ ਸਧਾਰਨ ਹਾਲਤ ਤੋਂ ਉੱਚਾ ਹੋ ਕੇ ਕਿਵੇਂ ਪ੍ਰਭੂ ਨਾਲ ਇੱਕ ਰੂਪ ਹੋ ਜਾਂਦਾ ਹੈ। ਪਹਿਲਾ ਮਨੁੱਖ ਦੁਨੀਆ ਦੇ ਵਿਸ਼ੇ ਵਿਕਾਰਾਂ ਵਿੱਚੋਂ ਪਰਤ ਕੇ ਆਤਮਾ ਵੱਲ ਝਾਤੀ ਮਾਰਦਾ ਹੈ ਤੇ ਇਹ ਸੋਚਦਾ ਹੈ ਕਿ ਮੇਰੇ ਜੀਵਨ ਦਾ ਕੀ ਪ੍ਰਯੋਜਨ ਹੈ, ਮੈਂ ਸੰਸਾਰ ਵਿੱਚ ਕਿਉਂ ਆਇਆ ਹਾਂ, ਮੇਰਾ ਕੀ ਫਰਜ਼ ਹੈ। ਇਸ ਅਵਸਥਾ ਵਿੱਚ ਮਨੁੱਖ ਇਹ ਵਿਚਾਰਦਾ ਹੈ ਕਿ ਇੱਕ ਧਰਤੀ ਉੱਤੇ ਜੀਵ ਧਰਮ ਕਮਾਉਣ ਲਈ ਆਏ ਹਨ। ਅਕਾਲ ਪੁਰਖ ਦੇ ਦਰ ਤੇ ਜੀਵਾਂ ਨੂੰ ਆਪੋ ਆਪਣੇ ਕੀਤੇ ਕਰਮਾਂ ਅਨੁਸਾਰ ਨਿਬੇੜਾ ਹੁੰਦਾ ਹੈ। ਜਿਨ੍ਹਾਂ ਗੁਰਮੁਖਾਂ ਉੱਤੇ ਅਕਾਲ ਪੁਰਖ ਦੀ ਬਖਸ਼ਿਸ਼ ਹੁੰਦੀ ਹੈ ਉਹ ਉਸ ਦੀ ਹਜ਼ੂਰੀ ਵਿੱਚ ਸ਼ੋਭਦੇ ਹਨ। ਇੱਥੇ ਦੁਨੀਆ ਵਿੱਚ ਆਦਰ ਜਾਂ ਨਿਰਾਦਰੀ ਕੋਈ ਮੁੱਲ ਨਹੀਂ ਰੱਖਦੇ। ਉਹੀ ਆਦਰ ਵਾਲੇ ਹਨ ਜੋ ਅਕਾਲ ਪੁਰਖ ਦੇ ਦਰ ਤੇ ਪ੍ਰਵਾਨ ਹਨ। ਜਿਉਂ-ਜਿਉਂ ਮਨੁੱਖ ਦੀ ਸੁਰਤ ਇਹੋ ਜਿਹੇ ਖਿਆਲਾਂ ਵਿੱਚ ਜੁੜਦੀ ਹੈ, ਤਿਉਂ-ਤਿਉਂ ਉਸ ਅੰਦਰੋਂ ਸੁਆਰਥ ਦੀ ਗੰਢ ਖੁੱਲਦੀ ਜਾਂਦੀ ਹੈ। ਮਨੁੱਖ ਪਹਿਲਾਂ ਮਾਇਆ ਵਿੱਚ ਮਸਤ ਰਹਿਣ ਕਰਕੇ ਆਪਣੇ ਆਪ ਨੂੰ ਜਾਂ ਆਪਣੇ ਪਰਿਵਾਰ ਨੂੰ ਹੀ ਆਪਣਾ ਜਾਣਦਾ ਸੀ ਤੇ ਇਹਨਾਂ ਤੋਂ ਪਰੇ ਹੋਰ ਕਿਸੇ ਵਿਚਾਰ ਵਿੱਚ ਨਹੀਂ ਸੀ ਪੈਂਦਾ। ਹੁਣ ਆਪਣਾ ਧਰਮ ਸਮਝਣ ਤੇ ਆਪਣੀ ਵਾਕਫੀਅਤ ਨੂੰ ਵਧਾਉਣ ਦਾ ਯਤਨ ਕਰਦਾ ਹੈ। ਵਿਦਿਆ ਦੇ ਵਿਚਾਰ ਦੇ ਬਲ ਨਾਲ ਅਕਾਲ ਪੁਰਖ ਦੀ ਬੇਅੰਤ ਕੁਦਰਤ ਦਾ ਨਕਸ਼ਾ ਅੱਖਾਂ ਅੱਗੇ ਲਿਆਉਣ ਲੱਗ ਪੈਂਦਾ ਹੈ। ਗਿਆਨ ਦੀ ਹਨੇਰੀ ਆ ਜਾਂਦੀ ਹੈ ਜਿਸ ਦੇ ਅੱਗੇ ਸਭ ਭਰਮ ਵਹਿਮ ਉੱਡ ਜਾਂਦੇ ਹਨ। ਜਿਉਂ-ਜਿਉਂ ਅੰਦਰ ਵਿਦਿਆ ਦੁਆਰਾ ਸਮਝ ਵੱਧਦੀ ਹੈ ਤਿਉਂ-ਤਿਉਂ ਉਹ ਆਨੰਦ ਮਿਲਦਾ ਹੈ ਜੋ ਪਹਿਲਾਂ ਆਇਆ ਮਾਇਆ ਦੇ ਪਦਾਰਥਾਂ ਵਿੱਚ ਨਹੀਂ ਸੀ ਮਿਲਦਾ। ਆਤਮਕ ਪੈਂਡੇ ਵਿੱਚ ਇਹ ਅਵਸਥਾ ਦਾ ਨਾਮ ਹੈ ਗਿਆਨ ਖੰਡ। ਪਰ ਇਹ ਇਸ ਰਾਹੇ ਪੈ ਕੇ ਮਨੁੱਖ ਨਿਰਾ ਇੱਥੇ ਹੀ ਬਸ ਨਹੀਂ ਕਰ ਦਿੰਦਾ। ਬਾਣੀ ਦੀ ਵਿਚਾਰ ਉਸਨੂੰ ਉਦਮ ਵੱਲ ਪ੍ਰੇਰਦੀ ਹੈ। ਨਿਰਾ ਅਕਲ ਨਾਲ ਸਮਝ ਲੈਣਾ ਕਾਫੀ ਨਹੀਂ। ਮਨ ਦਾ ਪਹਿਲਾ ਸੁਭਾਅ ਪਹਿਲੀਆਂ ਭੈੜੀਆਂ ਵਾਦੀਆਂ ਨਿਰੀ ਸਮਝ ਨਾਲ ਨਹੀਂ ਹਟ ਸਕਦੀਆਂ। ਇਸ ਪਹਿਲੀ ਘਾੜਤ ਨੂੰ, ਇਹਨਾਂ ਪਹਿਲੇ ਸੰਸਕਾਰਾਂ ਨੂੰ ਤੋੜ ਕੇ ਅੰਦਰ ਨਵੀਂ ਘਾੜਤ ਘੜਨੀ ਹੈ। ਅੰਦਰ ਉੱਚੀ ਸੁਰਤ ਵਾਲੇ ਸੰਸਕਾਰ ਜਮਾਨੇ ਹਨ। ਅੰਮ੍ਰਿਤ ਵੇਲੇ ਜਾਗਣ ਆਦਿਕ ਇਹ ਮਿਹਨਤ ਕਰਨੀ ਹੈ। ਗਿਆਨ ਖੰਡ ਵਿੱਚ ਅਪੜਿਆ ਹੋਇਆ ਮਨੁੱਖ
ਜਿਉਂ-ਜਿਉਂ ਇਹ ਮਿਹਨਤ ਕਰਦਾ ਹੈ, ਜਿਉਂ-ਜਿਉਂ ਗੁਰਮਤਿ ਵਾਲੀ ਨਵੀਂ ਘਾਲ ਘਾਲਦਾ ਹੈ, ਤਿਉਂ-ਤਿਉਂ ਉਹਦੇ ਮਨੋਂ ਸੋਹਣਾ ਰੂਪ ਚੜ੍ਹਦਾ ਹੈ। ਕਾਇਆ ਕੰਚਨ ਵਰਗੀ ਹੋਣ ਲੱਗ ਪੈਂਦੀ ਹੈ। ਚਵੱਗਣ ਵੰਨ ਚੜ੍ਹਨ ਲੱਗ ਜਾਂਦਾ ਹੈ। ਉੱਚੀ ਸੁਰਤ ਤੇ ਉੱਚੀ ਅਕਲ ਹੋ ਜਾਂਦੀ ਹੈ। ਮਨ ਵਿੱਚ ਜਾਗ ਆ ਜਾਂਦੀ ਹੈ। ਮਨੁੱਖ ਨੂੰ ਦੇਵਤਿਆਂ ਤੇ ਸਿੱਧਾਂ ਵਾਲੀ ਸੋਝੀ ਪੈ ਜਾਂਦੀ ਹੈ। ਇਹ ਸਰਮਖੰਡ ਹੈ। ਬਲ ਫਿਰ ਕੀ ਹੈ? ਬਸ ਫਿਰ ਕੀ ਹੈ? ਮਾਲਕ ਦੀ ਮਿਹਰ ਹੋ ਜਾਂਦੀ ਹੈ। ਅੰਦਰ ਅਕਾਲ ਪੁਰਖ ਬਲ ਭਰ ਦਿੰਦਾ ਹੈ। ਆਤਮਾ ਵਿਕਾਰਾਂ ਵੰਨੀ ਡੋਲਦਾ ਨਹੀਂ। ਬਾਹਰ ਦੀ ਸਭ ਥਾਈਂ ਉਹੀ ਸਿਰਜਣਹਾਰ ਹੀ ਦਿਸਦਾ ਹੈ। ਮਨ ਸਦਾ ਨਿਰੰਕਾਰ ਦੇ ਯਾਦ ਵਿੱਚ ਪਰੋਤਾ ਰਹਿੰਦਾ ਹੈ। ਉਹਨਾਂ ਨੂੰ ਫਿਰ ਜੰਮਣ ਮਰਨ ਦਾ ਭਉ ਕਾਹਦਾ? ਉਹਨਾਂ ਦੇ ਮਨ ਵਿੱਚ ਸਦਾ ਖੜਾਓ ਹੀ ਖੜਾਓ ਰਹਿੰਦਾ ਹੈ। ਇਹ ਕਰਮਖੰਡ ਹੈ। ਅਕਾਲ ਪੁਰਖ ਦੀ ਮਿਹਰ ਦੇ ਪਾਤਰ ਬਣ ਕੇ ਆਖਰ ਪੰਜਵੇਂ ਖੰਡ ਵਿੱਚ ਜਾ ਨਿਵਾਸ ਹੁੰਦਾ ਹੈ। ਭਾਵ ਅਕਾਲ ਪੁਰਖ ਨਾਲ ਇੱਕ ਮਿਕ ਹੋ ਜਾਂਦੇ ਹਨ। ਧੁਰ ਉਸ ਜੋਤ ਦੀ ਹਜ਼ੂਰੀ ਵਿੱਚ ਅੱਪੜ ਜਾਂਦੇ ਹਨ, ਜੋ ਸਾਰਿਆਂ ਜੀਆਂ ਦੀ ਸੰਭਾਲ ਕਰ ਰਿਹਾ ਹੈ ਅਤੇ ਜਿਸ ਦਾ ਹੁਕਮ ਸਾਰੇ ਵਰਤ ਰਿਹਾ ਹੈ। ਕਿਤੇ ਪੌਣ ਪਾਣੀ ਬਸੰਤਰ, ਕਿਤੇ ਕਾਨ ਮਹੇਸ਼, ਕਿਤੇ ਬ੍ਰਹਮੇ ਘਾੜਤ ਘੜੀਏ, ਰੂਪ ਰੰਗ ਕੇ ਵੇਸ ਪਦਰਥ। ਕਿਤੇ ਕਈ ਬੇਅੰਤ ਬਸੰਤਰ ਅਗਨੀਆਂ, ਮਹੇਸ਼ ਕਈ ਸ਼ਿਵ, ਬ੍ਰਹਮੇ ਕਈ ਬ੍ਰਹਮਾ, ਘਾੜਤ ਘੜੀਏ ਘਾੜਤ ਵਿੱਚ ਘੜੀ ਦੇ ਹਨ, ਪੈਦਾ ਕੀਤੇ ਜਾ ਰਹੇ ਹਨ ਕਿ ਵੇਸ ਕਈ ਵੇਸਾਂ ਦੇ। ਇਸ ਕੇ ਦਾ ਅਰਥ ਵਿੱਚ ਵੇਖੋ ਪਿਛਲੀ ਪੌੜੀ ਦੀ 34ਵੀਂ ਪੌੜੀ ਨੰਬਰ 34ਵੀਂ। ਅਰਥ ਅਕਾਲ ਪੁਰਖ ਦੀ ਰਚਨਾ ਵਿੱਚ ਕਈ ਪ੍ਰਕਾਰ ਦੇ ਪੌਣ ਪਾਣੀ ਤੇ ਅਗਨੀਆਂ ਹਨ। ਕਈ ਕ੍ਰਿਸ਼ਨ ਹਨ ਤੇ ਕਈ ਸ਼ਿਵ ਹਨ। ਕਈ ਬ੍ਰਹਮੇ ਪੈਦਾ ਕੀਤੇ ਹਨ ਜਾ ਰਹੇ ਹਨ, ਜਿਨ੍ਹਾਂ ਦੇ ਕਈ ਰੂਪ, ਕਈ ਰੰਗ ਤੇ ਕਈ ਵੇਸ ਹਨ। ਕੀਤੀਆਂ ਕਰਮ ਭੂਮੀ ਮੇਰ, ਕੀਤੇ ਕੀਤੇ ਧੂਪ ਦੇਸ, ਕੀਤੇ ਇੰਦ ਚੰਦ ਸੂਰ, ਕੀਤੇ ਕੀਤੇ ਮੰਡਲ ਦੇਸ, ਕੀਤੇ ਸਿੱਧ ਬੁੱਧ ਨਾਥ, ਕੀਤੇ ਕੀਤੇ ਦੇਵੀ ਵੇਸ। ਕੀਤੀਆਂ ਕਈ ਬੇਅੰਤ ਕਰਮ ਭੂਮੀ, ਕਰਮ ਕਰਨ ਦੀਆਂ ਭੂਮੀਆਂ ਧਰਤੀਆਂ, ਮੇਰ ਪਰਬਤ, ਧੂ ਭਗਤ ਉਪਦੇਸ਼ ਉਹਨਾਂ ਧੂ ਭਗਤਾਂ ਦੇ ਉਪਦੇਸ਼, ਇੰਦਰ ਦੇਵਤੇ, ਚੰਦ ਚੰਦਰਮਾ, ਸੂਰ ਸੂਰਜ, ਮੰਡਲ ਦੇਸ਼, ਭਵਨ ਚੱਕਰ, ਬੁੱਧ ਅਵਤਾਰ, ਦੇਵੀ ਵੇਸ਼, ਦੇਵੀਆਂ ਦੇ ਪਹਿਰਾਵੇ। ਨੋਟ ਕੀਤੇ ਪੁਲਿੰਗ ਹੈ ਜੋ ਵੇਸ਼ ਸ਼ਬਦ ਨਾਲ ਵਰਤਿਆ ਗਿਆ ਹੈ। ਇਸ ਵਾਸਤੇ ਦੇਵੀ ਵੇਸ਼ ਦਾ ਅਰਥ ਕਰਨਾ ਹੈ ਦੇਵੀਆਂ ਦੇ ਪਹਿਰਾਵੇ। ਅਰਥ ਅਕਾਲ ਪੁਰਖ ਦੀ ਕੁਦਰਤ ਵਿੱਚ ਬੇਅੰਤ ਧਰਤੀਆਂ ਹਨ, ਬੇਅੰਤ ਮੇਰ ਪਰਬਤ, ਬੇਅੰਤ ਧੂ ਭਗਤ ਤੇ ਉਹਨਾਂ ਦੇ ਉਪਦੇਸ਼ ਹਨ, ਬੇਅੰਤ ਇੰਦਰ ਦੇਵਤੇ, ਚੰਦਰਮਾ, ਬੇਅੰਤ ਸੂਰਜ ਅਤੇ ਬੇਅੰਤ ਪਵਨ ਚੱਕਰ ਹਨ, ਬੇਅੰਤ ਸਿੱਧ ਹਨ, ਬੇਅੰਤ ਬੁੱਧ ਅਵਤਾਰ ਹਨ, ਬੇਅੰਤ ਨਾਥ ਹਨ ਅਤੇ ਬੇਅੰਤ ਦੇਵੀਆਂ ਦੇ ਪਹਿਰਾਵੇ ਹਨ। ਕੀਤੇ ਦੇਵ ਦਾਨ ਮੁਨ, ਕੀਤੇ ਕੀਤੇ ਰਤਨ ਸਮੁੰਦ, ਕੀਤੀਆਂ ਖਾਣੀ, ਕੀਤੀਆਂ ਬਾਣੀ, ਕੀਤੇ ਪਤ ਨਿਰੰਦ, ਕੀਤੀਆਂ ਸੁਰਤੀ ਸੇਵਕ, ਕੀਤੇ ਨਾਨਕ ਅੰਤ ਨਾ ਅੰਤ। ਉਦਰਤ ਦਾਨਵ, ਰਾਖਸ਼, ਦੈਂਤ, ਮੁਨ, ਮੋਨ, ਧਾਰੀ ਰਿਸ਼ੀ, ਰਤਨ ਸਮੁੰਦ, ਰਤਨ ਅਤੇ ਸਮੁੰਦਰ, ਪਾਤ, ਪਾਤਸ਼ਾਹ, ਨਰਿੰਦ, ਰਾਜੇ, ਸੁਰਤੀ, ਸੁਰਤਾਂ, ਲਿਵ,
ਨੋਟ, ਇਹ ਸਾਰੀ ਪੌੜੀ ਵਿੱਚ ਵੱਲ ਰੱਤਾ ਧਿਆਨ ਦਿੱਤਿਆਂ ਇਹ ਸਪਸ਼ਟ ਮਾਲੂਮ ਹੋ ਜਾਂਦਾ ਹੈ ਕਿ ਕਿਤੇ ਪੁਲਿੰਗ ਸ਼ਬਦਾਂ ਨਾਲ ਵਰਤਿਆ ਗਿਆ ਹੈ ਅਤੇ ਕਿਤੀਆਂ ਇਸਤਰੀ ਲਿੰਗ ਸ਼ਬਦਾਂ ਨਾਲ। ਸੋ ਸੁਰਤੀ ਇਸਤਰੀ ਲਿੰਗ ਹੈ ਜੇ ਸੁਰਤ ਦਾ ਬਹੁਵਚਨ ਹੈ। ਅਕਾਲ ਪੁਰਖ ਦੀ ਰਚਨਾ ਵਿੱਚ ਬੇਅੰਤ ਦੇਵਤੇ ਅਤੇ ਦੈਂਤ ਹਨ, ਬੇਅੰਤ ਮੁਨੀ ਹਨ, ਬੇਅੰਤ ਪ੍ਰਕਾਰ ਦੇ ਰਤਨ ਤੇ ਰਤਨਾਂ ਦੇ ਸਮੁੰਦਰ ਹਨ। ਜੀਵ ਰਚਨਾ ਦੀਆਂ ਬੇਅੰਤ ਖਾਣੀਆਂ ਹਨ, ਜੀਵਾਂ ਦੀਆਂ ਬੋਲੀਆਂ ਵਿਚਾਰ ਨਹੀਂ, ਬੇਅੰਤ ਬਾਣੀਆਂ ਹਨ, ਬੇਅੰਤ ਪਾਤਸ਼ਾਹ ਤੇ ਰਾਜੇ ਹਨ, ਬੇਅੰਤ ਪ੍ਰਕਾਰ ਦੇ ਧਿਆਨ ਹਨ ਜੋ ਜੀਵ ਮਨ ਦੁਆਰਾ ਲਾਉਂਦੇ ਹਨ, ਬੇਅੰਤ ਸੇਵਕ ਹਨ। हे ਨਾਨਕ, ਕੋਈ ਅੰਤ ਨਹੀਂ ਪੈ ਸਕਦਾ। ਭਾਵ ਮਨੁੱਖ ਜਨਮ ਤੇ ਫਰਜ਼ ਧਰਮ ਦੀ ਸਮਝ ਪਿਆ ਮਨੁੱਖ ਦਾ ਮਨ ਬੜਾ ਵਿਸ਼ਾਲ ਹੋ ਜਾਂਦਾ ਹੈ। ਪਹਿਲਾਂ ਇੱਕ ਨਿੱਕੇ ਜਿਹੇ ਟੱਬਰ ਦੇ ਸਵਾਰਥ ਵਿੱਚ ਬੱਝਾ ਹੋਇਆ ਇਹ ਜੀਵ ਬਹੁਤ ਤੰਗ ਦਿਲ ਸੀ। ਹੁਣ ਇਹ ਗਿਆਨ ਹੋ ਜਾਂਦਾ ਹੈ ਕਿ ਬੇਅੰਤ ਪ੍ਰਭੂ ਦਾ ਪੈਦਾ ਕੀਤਾ ਹੋਇਆ ਇਹ ਬੇਅੰਤ ਜਗਤ ਇੱਕ ਬੇਅੰਤ ਵੱਡਾ ਟੱਬਰ ਹੈ। ਇਸ ਵਿੱਚ ਬੇਅੰਤ ਕ੍ਰਿਸ਼ਨ, ਬੇਅੰਤ ਵਿਸ਼ਨੂੰ, ਬੇਅੰਤ ਬ੍ਰਹਮੇ, ਬੇਅੰਤ ਧਰਤੀਆਂ ਹਨ। ਇਸ ਧਿਆਨ ਦੀ ਬਰਕਤ ਨਾਲ ਤੰਗ ਦਿਲੀ ਹਟ ਕੇ ਇਸ ਦੇ ਅੰਦਰ ਜਗਤ ਪਿਆਰ ਦੀ ਲਹਿਰ ਚੱਲ ਕੇ ਖੁਸ਼ੀ ਹੀ ਖੁਸ਼ੀ ਬਣੀ ਰਹਿੰਦੀ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਿਓ। ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।